सतनाम श्री वाहिगुरू साहिब जी। सतनाम श्री वाहिगुरू साहिब जी। सिमर सिमर ताका हों जीवा, चरण कमल तेरे धोए धोए पीवा। सो हर मेरा अंतरजामी, भगत जना कै संग सुआमी। सुन सुना अमृत नाम ते हवा, आठ पहर तेरे गुण गावा। जुगो जुग अटल चबर सतर तख्ती मालिक, धन धन साहिब श्री गुरु ग्रंथ साहिब जी दी छत्र छाया दे हेठ सतगुरां दी पवित्र बाणी दा आनंद माण रही गुरु प्यारी गुरु सवारी गुरु दा खास रूप सत्संग जीओ। आप सरबत सिख संगत दा बहुत बहुत धन्यवाद किया जाता है जी। चिया नूं आख्या जाता है। सो आओ गुरु प्यारे सतगुरां दी महान कृपा सदका, सतगुरां दी रहमत सदका रल मिल के सतगुरां दे वचनां दे नाल सांझ पाईए। जिन्हां वचनां दे नाल अज आपां सांझ पावांगे, ਉਹ वचन सतगुरु नानक देव महाराज साहिब उन्हां दे पवित्र मुखारबिंद तो उचारण किए हुए ने। गौड़ी गुआरेरी महला पहला। हौं मैं करतिया न सुख होए, मन मत झूठी सच्चा सोए। सगल विभूति भावै दोए। सतगुरु नानक देव महाराज इस शब्द की शुरुआत इन्हां वचनां दे नाल करदे ने। इस शब्द दियां जो रहाऊ वालियां पंक्तियां ने, इस शब्द दियां जो रहाऊ वालियां पंक्तियां ने, उन्हां दे विच सतगुरु नानक देव महाराज साहिब बख्श करदे ने। पातशाह कहंदी ऐसा जग देखिया जुआरी, सब सुख मांगै नाम विसारी रहाओ। सब दा भाव हुंदा है सारे, विसारी दा भाव हुंदा है विसार के भुला के। पातशाह कहंदी ऐसा जग देखिया जुआरी, सब सुख मांगै नाम विसारी। सतगुरु कहंदे मैं वेखिया कि जग जुए की खेड खेड रहा है। ये संसार ये जगत जुए की खेड खेड रहा है। अजिही खेड खेडदा है कि सुख तो सारे ही मंगदा है। ये मनुखा ये जगत सुख तो सारे ही मंगदा है,
ਪਰ ਜਿਸ ਨਾਮ ਤੋਂ ਸੁੱਖ ਮਿਲਦੇ ਨੇ, ਜਿਸ ਨਾਮ ਤੋਂ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ, ਉਸ ਨਾਮ ਨੂੰ ਇਸ ਮਨੁੱਖ ਨੇ, ਇਸ ਜਗਤ ਨੇ ਆਪਣੇ ਮਨੋਂ ਵਿਸਾਰ ਰਿਹਾ, ਮਨੋਂ ਵਿਸਾਰ ਦਿੱਤਾ ਹੈ। ਉਸ ਨਾਮ ਨੂੰ ਜੀ ਤੋਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ। ਪਸ ਕਹਿੰਦੇ ਹਉਮੈ ਕਰਤਿਆਂ ਨਹਿ ਸੁਖ ਹੋਈ, ਮਨ ਮਤ ਝੂਠੀ ਸੱਚਾ ਸੋਏ, ਜਗਤ ਬਗੂਤੀ ਭਾਵੈ ਦੋਏ। ਹਉਮੈ ਦਾ ਭਾਵ ਹੁੰਦਾ ਹੈ ਹਾਂ ਹਾਂ, ਮੈਂ। ਹਉਮੈ ਕਰਤਿਆਂ ਭਾਵ ਹਰ ਵੇਲੇ ਆਪਣੀ ਹੀ ਬੜੱਪਣ ਤੇ ਸੁੱਖ ਦੀਆਂ ਗੱਲਾਂ ਕਰਦੇ ਆ। ਮਨ ਮਤ ਦਾ ਭਾਵ ਹੁੰਦਾ ਹੈ ਮਨ ਦੀ ਸਿਆਣਪ। ਝੂਠੀ ਦਾ ਭਾਵ ਹੁੰਦਾ ਹੈ ਨਾਸਵੰਤ। ਸੋਏ ਦਾ ਭਾਵ ਹੁੰਦਾ ਹੈ ਉਹ ਪਰਮੇਸ਼ਰ। ਸੱਚਾ ਦਾ ਭਾਵ ਹੁੰਦਾ ਸਦਾ ਕਾਇਮ ਰਹਿਣ ਵਾਲਾ। ਸਤਿਗੁਰੂ ਕਹਿੰਦੇ ਆਪਣੇ ਮਨ ਦੀ ਅਗਵਾਈ ਦੇ ਵਿੱਚ ਰਹਿ ਕੇ, ਆਪਣੇ ਮਨ ਦੀ ਅਗਵਾਈ ਦੇ ਵਿੱਚ ਰਹਿ ਕੇ ਹਰ ਵੇਲੇ ਆਪਣੇ ਹੀ ਬੜੱਪਣ ਤੇ ਸੁੱਖ ਦੀਆਂ ਗੱਲਾਂ ਕਰਦੇ ਆ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੁੱਖ ਨਹੀਂ ਮਿਲ ਸਕਦਾ। ਹਰ ਵੇਲੇ ਆਪਣੇ ਵੱਡੇਪਣ ਦਾ ਵਿਖਾਵਾ ਕਰੀ ਜਾਣਾ, ਮੌਜਾਂ ਦੀਆਂ ਗੱਲਾਂ ਕਰੀਆਂ ਜਾਣਾ, ਇਹਨਾਂ ਗੱਲਾਂ ਦੇ ਨਾਲ ਸੁੱਖ ਨਹੀਂ ਮਿਲ ਸਕਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਨ ਦੀ ਸਿਆਣਪ ਨਾਸਵੰਤ ਪਦਾਰਥਾਂ ਵਿੱਚ ਜੋੜਦੀ ਹੈ। ਜੋ ਮਨ ਦੀ ਚਤੁਰਾਈ ਹੈ, ਜੋ ਮਨ ਦੀ ਸਿਆਣਪ ਹੈ, ਇਹ ਸਿਆਣਪ ਨਾਸਵੰਤ ਪਦਾਰਥਾਂ ਵਿੱਚ ਜੋੜਦੀ ਹੈ ਤੇ ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ, ਸਦਾ ਸਥਿਰ ਰਹਿਣ ਵਾਲਾ ਹੈ ਤੇ ਸੁੱਖਾਂ ਦਾ ਸੋਮਾ ਹੈ ਉਹ ਪਰਮਾਤਮਾ। ਮਨ ਮਤ ਤੇ ਪਰਮਾਤਮਾ ਦਾ ਸੁਭਾਅ ਸਤਿਗੁਰੂ ਕਹਿੰਦੇ ਵੱਖ-ਵੱਖ ਹੈ ਭਾਈ। ਜਿਹੜੀ ਮਨ ਮਤ ਹੈ ਤੇ ਪਰਮਾਤਮਾ ਦਾ ਸੁਭਾਅ ਵੱਖੋ ਵੱਖਰਾ ਹੈ। ਦੋਹਾਂ ਦਾ ਮੇਲ ਨਹੀਂ। ਪਾਸਾ ਕਹਿੰਦੇ ਸੁੱਖ ਕਿੱਥੋਂ ਆਵੇ? ਜਿਨ੍ਹਾਂ ਨੂੰ ਨਾਮ ਵਿਸਾਰ ਕੇ ਮੇਰ ਤੇਰ ਚੰਗੀ ਲੱਗਦੀ ਹੈ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁਲਾ ਕੇ ਮੈਂ ਮੇਰੀ ਚੰਗੀ ਲੱਗਦੀ ਆ, ਆਹ ਮੇਰੀ ਵਸਤੂ ਆ, ਆਹ ਤੇਰੀ ਵਸਤੂ ਆ, ਜਿਨ੍ਹਾਂ ਨੂੰ ਆਹ ਚੰਗੀ ਲੱਗਦੀ ਹੈ ਨਾ, ਸਤਿਗੁਰੂ ਕਹਿੰਦੇ ਉਹ ਸਾਰੇ ਖੁਆਰ ਹੁੰਦੇ ਨੇ। ਉਹ ਸਾਰੇ ਖੁਆਰ ਹੁੰਦੇ ਨੇ, ਪਰ ਇਸ ਜੀਵ ਦੇ ਵੀ ਵੱਸ ਦੀ ਗੱਲ ਕੋਈ ਨਹੀਂ। ਕੀਤੇ ਕਰਮਾਂ ਦੇ ਅਨੁਸਾਰ ਜੀਵ ਦੇ ਮੱਥੇ ਉੱਤੇ ਜੋ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸ ਲਿਖੇ ਹੋਏ ਲੇਖ ਦੇ ਅਨੁਸਾਰ ਇੱਥੇ ਕਮਾਈ ਕਰਦਾ ਹੈ। ਨਾਮ ਸਿਮਰਨ ਛੱਡ ਕੇ ਨਾਸਵੰਤ ਪਦਾਰਥਾਂ ਦੇ ਵਿੱਚੋਂ ਸੁੱਖ ਭਾਲਣ ਦੇ ਬੇਅਰਥ ਯਤਨ ਕਰਦਾ ਰਹਿੰਦਾ ਹੈ। ਜੋ ਸਾਰੇ ਸੁੱਖਾਂ ਦਾ ਸੋਮਾ ਹੈ ਉਹ ਹੈ ਪਰਮਾਤਮਾ ਦਾ ਨਾਮ। ਇਹ ਮਨੁੱਖ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਦੁਨੀਆ ਦੇ ਨਾਸਵੰਤ ਪਦਾਰਥਾਂ ਦੇ ਵਿੱਚੋਂ ਸੁੱਖ ਭਾਲਣ ਦੇ ਯਤਨ ਕਰਦਾ, ਜਿਹੜੇ ਇਹਦੇ ਯਤਨ ਸਾਰੇ ਬੇਅਰਥ ਨੇ। ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਅਦ੍ਰਿਸ਼ਟਾ ਦਿਸਾ ਨਾ ਕਹਿਆ ਜਾਏ, ਬਿਨ ਦੇਖੇ ਕਹਿਣਾ ਬਿਰਥਾ ਜਾਏ, ਗੁਰਮੁਖ ਦੀਸੈ ਸਹਿਜ ਸੁਭਾਏ, ਸੇਵਾ ਸੁਰਤ ਏਕ ਲਿਵ ਲਾਏ। ਅਦਿਸ਼ਟ ਦਾ ਭਾਵ ਹੁੰਦਾ ਹੈ ਇਹਨਾਂ ਅੱਖਾਂ ਦੇ ਨਾਲ ਨਾ ਦਿਸਣ ਵਾਲਾ। ਜਿਹੜਾ ਅੱਖਾਂ ਦੇ ਨਾਲ ਨਾ ਦੀਂਦਾ ਹੋਵੇ ਉਹਨੂੰ ਕਹਿੰਦੇ ਨੇ
ਅਦਿਸ਼ਟ। ਜਾਏ ਦਾ ਭਾਵ ਹੁੰਦਾ ਸਿਮਰਿਆ ਜਾ ਸਕਦਾ। ਬਿਰਥਾ ਦਾ ਭਾਵ ਹੁੰਦਾ ਬੇਅਰਥ। ਸਹਿਜ ਦਾ ਭਾਵ ਹੁੰਦਾ ਸਹਿਜ ਅਵਸਥਾ ਦੇ ਵਿੱਚ, ਅਡੋਲ ਆਤਮਿਕ ਅਵਸਥਾ ਦੇ ਵਿੱਚ। ਸੁਭਾਏ ਦਾ ਭਾਵ ਹੁੰਦਾ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ। ਪਾਤਸ਼ਾਹ ਕਹਿੰਦੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦਾ। ਪਰਮਾਤਮਾ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ। ਜੇ ਅੱਖੀ ਦਿਸੇ ਤਾਂ ਹੀ ਉਸ ਨੂੰ ਮਿਲਣ ਦੀ ਖਿੱਚ ਪੈਦਾ ਹੋਵੇ ਤੇ ਉਸ ਦਾ ਨਾਮ ਲੈਣ ਨੂੰ ਚਿੱਤ ਕਰੇ। ਅੱਖੀ ਦਿਸਣ ਤੋਂ ਬਿਨਾ ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ ਤੇ ਤਾਂਘ ਦੇ ਨਾਲ ਉਸ ਦਾ ਨਾਮ ਲਿਆ ਨਹੀਂ ਜਾ ਸਕਦਾ। ਖਿੱਚ ਬਣੀ ਰਹਿੰਦੀ ਹੈ ਦਿਸਦੇ ਪਦਾਰਥਾਂ ਦੇ ਨਾਲ, ਜਿਹੜੀਆਂ ਪਦਾਰਥਾਂ ਨੂੰ ਅਸੀਂ ਆਪਣੇ ਅੱਖਾਂ ਦੇ ਨਾਲ ਵੇਖਦੇ ਹਾਂ, ਉਹਨਾਂ ਦੇ ਵੱਲ ਅਸੀਂ ਖਿੱਚੇ ਜਾਂਦੇ ਹਾਂ। ਸਤਿਗੁਰੂ ਦੇ ਸਨਮੁਖ ਰਿਹਾ ਮਨੁੱਖ ਦਾ ਮਨ ਦਿਸਦੇ ਪਦਾਰਥਾਂ ਵੱਲੋਂ ਹਟ ਕੇ ਅਡੋਲਤਾ ਦੇ ਵਿੱਚ ਟਿਕਦਾ ਹੈ। ਜਦੋਂ ਮਨੁੱਖ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਦਾ ਹੈ, ਗੁਰੂ ਦੇ ਸਨਮੁਖ ਰਿਹਾ ਮਨੁੱਖ ਦਾ ਮਨ ਦਿਸਦੇ ਪਦਾਰਥਾਂ ਵੱਲੋਂ ਹਟ ਕੇ ਅਡੋਲਤਾ ਦੇ ਵਿੱਚ ਟਿਕਦਾ ਹੈ। ਪਰਮੇਸ਼ਰ ਪ੍ਰੇਮ ਦੇ ਵਿੱਚ ਲੀਨ ਹੁੰਦਾ ਹੈ ਤੇ ਇਸ ਤਰ੍ਹਾਂ ਅੰਤਰ ਆਤਮੇ ਉਹ ਪਰਮੇਸ਼ਰ ਫਿਰ ਅੰਦਰੋਂ ਦਿਸ ਪੈਂਦਾ ਹੈ ਜਦੋਂ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ। ਗੁਰੂ ਦੇ ਸਨਮੁਖ ਮਨੁੱਖ ਦੀ ਸੁਰਤਾ ਗੁਰੂ ਦੀ ਦਸੀ ਸੇਵਾ ਵਿੱਚ ਜੁੜਦੀ ਹੈ। ਉਸ ਦੀ ਲਿਵ ਇੱਕ ਪਰਮਾਤਮਾ ਦੇ ਵਿੱਚ ਲੱਗਦੀ ਹੈ, ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ। ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਸੁਖ ਮੰਗਤ ਦੁਖ ਆਗਲ ਹੋਏ। ਸੁਖ ਮੰਗਤ ਦੁਖ ਆਗਲ ਹੋਏ, ਸਗਲ ਬਿਕਾਰੀ ਹਾਰ ਪਰੋਏ। ਏਕ ਬਿਨਾ ਝੂਠੇ ਮੁਕਤ ਨਾ ਹੋਏ, ਕਰ ਕਰ ਕਰਤਾ ਦੇਖੈ ਸੋਏ। ਆਗਲ ਦਾ ਭਾਵ ਹੁੰਦਾ ਹੈ ਬਹੁਤਾ। ਸੁਖ ਮੰਗਤ ਦੁਖ ਆਗਲ ਹੋਏ, ਆਗਲ ਦਾ ਭਾਵ ਹੁੰਦਾ ਹੈ ਬਹੁਤਾ। ਬਿਕਾਰੀ ਹਾਰ ਦਾ ਭਾਵ ਹੁੰਦਾ ਹੈ ਬਿਕਾਰਾਂ ਦਾ ਹਾਰ। ਝੂਠੇ ਦਾ ਭਾਵ ਹੁੰਦਾ ਹੈ ਨਾਸਵੰਤ। ਨਾਸਵੰਤ ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ ਨੂੰ। ਮੁਕਤ ਦਾ ਭਾਵ ਹੁੰਦਾ ਹੈ ਦੁੱਖਾਂ ਤੇ ਵਿਕਾਰਾਂ ਤੋਂ ਖਲਾਸੀ। ਸਤਿਗੁਰੂ ਕਹਿੰਦੇ ਸੁਖ ਮੰਗਤ ਦੁੱਖ ਆਗਲ ਹੋਏ। ਕਹਿੰਦੇ ਪਰਮਾਤਮਾ ਦਾ ਨਾਮ ਵਿਸਾਰ ਕੇ, ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਸੁਖ ਮੰਗਿਆ, ਸਗੋਂ ਬਹੁਤਾ ਦੁੱਖ ਮਿਲਦਾ ਹੈ। ਜੇ ਪਰਮਾਤਮਾ ਦੇ ਨਾਮ ਨੂੰ ਭੁਲਾ ਦਈਏ, ਪਰਮਾਤਮਾ ਦੀ ਬੰਦਗੀ ਛੱਡ ਦਈਏ ਨਾ, ਜੇ ਮਨੁੱਖ ਸੁਖ ਮੰਗੇ ਪਰਮਾਤਮਾ ਦਾ ਨਾਮ ਭੁਲਾ ਕੇ, ਸਗੋਂ ਬਹੁਤਾ ਦੁੱਖ ਵੱਧਦਾ ਹੈ ਉਸ ਮਨੁੱਖ ਨੂੰ। ਕਿਉਂਕਿ ਮਨੁੱਖ ਦੇ ਸਾਰੇ ਵਿਕਾਰਾਂ ਦਾ ਹਾਰ ਪਰੋ ਕੇ, ਕਿਉਂਕਿ ਮਨੁੱਖ ਸਾਰੇ ਵਿਕਾਰਾਂ ਦਾ ਹਾਰ ਪਰੋ ਕੇ ਆਪਣੇ ਗਲੇ ਦੇ ਵਿੱਚ ਪਾ ਲੈਂਦਾ ਹੈ। ਸਾਰੇ ਦੁੱਖਾਂ ਦਾ ਵਿਕਾਰਾਂ ਦਾ ਹਾਰ ਪਰੋ ਕੇ ਨਾਸਵੰਤ ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖਾਂ ਤੇ ਵਿਕਾਰਾਂ ਤੋਂ ਖਲਾਸੀ ਹਾਸਲ ਨਹੀਂ ਹੁੰਦੀ। ਉਹ ਮਨੁੱਖ ਹਮੇਸ਼ਾ ਦੁਖੀ ਜੀਵਨ ਬਤੀਤ ਕਰਦਾ ਹੈ, ਵਿਕਾਰਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ। ਜਿਹੜਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੰਦਾ ਹੈ, ਜਿਹੜਾ ਮਨੁੱਖ
परमेश्वर की इउं रजा है, वो करतार आप ही सब कुछ करके आप ही इस खेड नूं वेख रहा है। आप सारी उन्हें रचना रची परमात्मा ने, ते इस रचना नूं रच के वो परमेश्वर आप ही सारी रचना नूं सारी खेड नूं वेख रहा है। ये खेड नूं परमात्मा वेख रहा है। ते अगे सतगुरु नानक देव महाराज फिर बख्शिश करते ने, पातशाह कहते तृष्णा अगन शब्द बुझाए, दूजा भरम सहज सुभाए, गुरमति नाम हृदय वसाए, साची बाणी हर गुण गाए। शब्द का भाव हुंदा है गुरु दे शब्द विच, गुरु दे शब्द ही राखी। दूजा भरम का भाव हुंदा है परमात्मा तो बिना होर पासे दी भटकना। हृदय का भाव हुंदा है हिरदे दे विच। साची बाणी का भाव हुंदा है सिब सलाह दी सच्ची बाणी दे राखी, पवित्र बाणी दे राखी। सतगुरु नानक देव महाराज कहते तृष्णा अगन शब्द बुझाए। कहते जिहड़ा मनुखा गुरु दे शब्द विच जुड़ के अपने अंदरों तृष्णा की अग बुझाउंदा है, जिहड़ा मनुखा, साडे सारिਆਂ ਦੇ अंदर तृष्णा की अग बल रही है। जिहड़ा मनुख गुरु के शब्द में जुड़ के अपने अंदरों तृष्णा की अग बुझाउंदा है ना, अडोल अवस्था में टिके परमेश्वर के प्यार में जुड़ के उसकी मायक पदार्थां वल दी भटकना मुक जाती है। जिहड़ा मनुख गुरु के शब्द में जुड़ता है, फिर गुरु की सिक्ख्या लैंदा है। वह मनुख गुरु के शब्द में जुड़ के गुरु का ज्ञान हासिल करता है। गुरु की सिक्ख्या उत्ते तुर के वो परमात्मा का नाम अपने हिरदे दे विच वसाउंदा है। परमात्मा की सिब सलाह की बाणी दे राही वो मनुख परमात्मा के गुण गाउंदा फिर, ते उसदे अंदर आत्मक आनंद पैदा होंदा है, जिहड़ा परमात्मा के गुण गाउंदा है। पातशाह कहंदे तन मैं साचो गुरमुख भाओ, नाम बिना नाही निज ठाओ, प्रेम परायण प्रीतम राओ, नदर करे ता बूझै नाओ। सचो का भाव हुंदा है सदा स्थिर रहने वाला, सदा स्थिर परमेश्वर। भाव का भाव हुंदा है प्रेम। निज ठाओ का भाव हुंदा है अपना असल टिकाणा, जिथे साडा असल टिकाणा है, शांति अडोलता। परायण का भाव हुंदा है आसरे, प्रेम परायण का भाव हुंदा है प्रेम दे वस। पातशाह कहंदे उंज तां हरेक सरे दे विच सदा स्थिर परमात्मा बसदा है। उंज तां साडे सारियां दे विच परमात्मा बसदा है, पर गुरु दी सरन पिया ही उस परमात्मा दे नाल प्रेम जागदा है। परमात्मा तां सारियां दे अंदर वसदा है। जदों असीं गुरु वाले बन गए, गुरु की सरन विच आ गए ना, ते गुरु की सरन पिया ही जिहड़ा साडे अंदर परमात्मा बस रहा है, उसदे नाल साडा प्रेम जागदा है। ते मनुख नाम सिमरदा फिर जदों अंदरों प्रेम जागया, ते फिर मनुख नाम सिमरदा है। नाम तो बिना मन एक टिकाणे उत्ते नहीं आ सकता। जे मन टकाओ दे विच आउंदा है ना, जे मन शांति दे विच आउंदा है, टकाओ दे विच आउंदा है, ते परमात्मा ते नाम तो बिना मन एक टिकाणे ते नहीं आ सकता। प्रीतम परमेश्वर दे प्रेम दे अधीन
ਜਿਹੜਾ ਮਨੁੱਖ ਉਸ ਪਰਮਾਤਮਾ ਦੇ ਨਾਲ ਪਿਆਰ ਕਰਦਾ ਹੈ, ਉਸ ਪਰਮਾਤਮਾ ਉਸ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ। ਫਿਰ ਜਿਹੜਾ ਉਸ ਪਰਮਾਤਮਾ ਨੂੰ ਪਿਆਰ ਕਰਦਾ ਹੈ, ਉਹ ਉਸ ਦੇ ਨਾਮ ਦੀ ਕਦਰ ਕਰਦਾ ਹੈ। ਅੱਗੇ ਪਾਤਸ਼ਾਹ ਕਹਿੰਦੇ ਮਾਇਆ ਮੋਹ ਸਰਬ ਜੰਜਾਲਾ, ਮਨ ਮੁਖ ਕੁਚੀਲ ਕੋ ਸਿਤ ਵਿਕਰਾਲਾ, ਸਤਿਗੁਰ ਸੇਵੇ ਚੁਕੈ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ। ਕੁਚੀਲ ਦਾ ਭਾਵ ਹੁੰਦਾ ਹੈ ਗੰਦਾ, ਕੁਸਿਤ ਦਾ ਭਾਵ ਹੁੰਦਾ ਹੈ ਬਦਨਾਮ, ਨਿੰਦਤਾ। ਜਿਹੜਾ ਬਦਨਾਮ ਪੁਰਖ ਹੋਵੇ ਉਹਨੂੰ ਕਹਿੰਦੇ ਨੇ ਕੁਸ਼ਿਤ। ਵਿਕਰਾਲਾ ਦਾ ਭਾਵ ਹੁੰਦਾ ਡਰਾਉਣਾ, ਨਾਲਾ ਦਾ ਭਾਵ ਹੁੰਦਾ ਆਪਣੇ ਨਾਲ ਲੈ ਜਾਂਦਾ ਹੈ। ਸਤਿਗੁਰੂ ਕਹਿੰਦੇ ਮਾਇਆ ਮੋਹ ਸਰਬ ਜੰਜਾਲਾ, ਮਾਇਆ ਦਾ ਮੋਹ ਸਾਰੇ ਮਾਇਕ ਬੰਧਨ ਪੈਦਾ ਕਰਦਾ ਹੈ। ਜਦੋਂ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ ਨਾ, ਤੇ ਮਾਇਆ ਦਾ ਮੋਹ ਸਾਰੇ ਮਾਇਕ ਬੰਧਨ ਪੈਦਾ ਕਰਦਾ ਹੈ ਮਨੁੱਖ ਦੇ ਅੰਦਰ। ਇਸੇ ਕਰਕੇ ਮਨ ਦੇ ਮੁਰੀਦ ਮਨੁੱਖ ਦਾ ਜੀਵਨ ਗੰਦਾ, ਭੈੜਾ, ਡਰਾਉਣਾ ਬਣ ਜਾਂਦਾ ਹੈ। ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਮਨੁੱਖ ਦਾ ਜੀਵਨ ਗੰਦਾ, ਡਰਾਉਣਾ, ਭੈੜਾ ਬਣ ਜਾਂਦਾ ਹੈ। ਤੇ ਜਿਹੜਾ ਮਨੁੱਖ ਗੁਰੂ ਦਾ ਦੱਸਿਆ ਹੋਇਆ ਰਸਤਾ ਫੜਦਾ ਹੈ, ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰਦਾ ਜਿਹੜਾ ਮਨੁੱਖ, ਉਸ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਨੇ। ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਪਦਾ ਉਹ ਮਨੁੱਖ, ਤੇ ਸਦਾ ਹੀ ਆਤਮਿਕ ਆਨੰਦ ਆਪਣੇ ਅੰਦਰ ਮਾਣਦਾ ਰਹਿੰਦਾ ਹੈ। ਪਾਤਸ਼ਾਹ ਕਹਿੰਦੇ ਗੁਰਮੁਖ ਬੂਝੈ ਏਕ ਲਿਵ ਲਾਏ, ਨਿਜ ਕਰ ਵਾਸੈ ਸਾਚ ਸਮਾਏ, ਜੰਮਣ ਮਰਨਾ ਠਾਕ ਰਹਾਏ, ਪੂਰੇ ਗੁਰ ਤੇ ਇਹ ਮਤ ਪਾਏ। ਨਿਜ ਘਰ ਦਾ ਭਾਵ ਹੁੰਦਾ ਹੈ ਆਪਣੇ ਅਸਲ ਘਰ ਦੇ ਵਿੱਚ, ਅਡੋਲਤਾ ਦੇ ਵਿੱਚ। ਠਾਕ ਰਹਾਏ ਦਾ ਭਾਵ ਹੁੰਦਾ ਹੈ ਰੋਕ ਲੈਂਦਾ ਹੈ। ਗੁਰਤੇ ਦਾ ਭਾਵ ਹੁੰਦਾ ਹੈ ਗੁਰੂ ਤੋਂ। ਪਾਤਸ਼ਾਹ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਨਾਮ ਦੀ ਕਦਰ ਸਮਝਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ, ਗੁਰੂ ਦੇ ਸਨਮੁਖ ਰਹਿੰਦਾ ਹੈ ਨਾ, ਉਹੀ ਮਨੁੱਖ ਨਾਮ ਦੀ ਕਦਰ ਪਹਿਚਾਣਦਾ ਹੈ, ਨਾਮ ਦੀ ਕਦਰ ਸਮਝਦਾ ਹੈ ਵੀ ਨਾਮ ਕਿੰਨੀ ਵੱਡੀ ਹਸਤੀ ਵਾਲਾ, ਤਾਕਤ ਵਾਲਾ ਨਾਮ ਹੈ ਜਿਹੜਾ ਪਰਮੇਸ਼ਰ ਦਾ। ਉਹ ਇਸ ਗੱਲ ਨੂੰ ਸਮਝਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਗੁਰੂ ਦੀ ਸਿੱਖਿਆ ਤੇ ਤੁਰਦਾ ਹੈ, ਇੱਕ ਪਰਮਾਤਮਾ ਵਿੱਚ ਸੁਰਤ ਜੋੜਦਾ ਹੈ, ਉਹ ਮਨੁੱਖ ਆਪਣੇ ਸਵੈ ਸਰੂਪ ਦੇ ਵਿੱਚ ਟਿਕਿਆ ਰਹਿੰਦਾ ਹੈ, ਸਦਾ ਸਿਰ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ। ਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਹੈ। ਪਰ ਇਹ ਅਕਲ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਆਪਣੇ ਜੀਵਨ ਨੂੰ ਸੁਧਾਰਦਾ, ਜਿਹੜਾ ਮਨੁੱਖ। ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ ਕਿ ਕਥਨੀ ਕਥੋ ਨਾ ਆਵੈ ਔਰ, ਗੁਰਪੁਸ ਦੇਖਿਆ ਨਾਹੀ ਦਰ ਹੋਰ, ਦੁੱਖ ਸੁਖ ਭਾਣੈ ਤਿਸੈ ਰਜਾਏ, ਨਾਨਕ ਨੀਚ ਕਾਹੈ ਲਿਵ ਲਾਏ। ਇਹ ਸਭ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਕਥਨੀ ਕਥੋ ਨਾ ਆਵੈ ਔਰ, ਗੁਰਪੁਸ ਦੇਖਿਆ ਨਾਹੀ ਦਰ ਹੋਰ, ਦੁੱਖ ਸੁਖ ਭਾਣੈ ਤਿਸੈ ਰਜਾਏ, ਨਾਨਕ ਨੀਚ ਕਾਹੈ ਲਿਵ ਲਾਏ। ਔਰ ਦਾ ਭਾਵ ਹੁੰਦਾ ਹੈ ਓੜਕਾ, ਗੁਣਾਂ ਦਾ ਅੰਤ, ਉਹਨੂੰ ਕਹਿੰਦੇ ਨੇ ਔਰ।
ਕਥਨੀ ਕਥੋ ਦਾ ਭਾਵ ਹੁੰਦਾ ਮੈਂ ਗੁਣਾਂ ਦਾ ਕਥਨ ਕਰਦਾ, ਮੈਂ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਪੁੱਛ ਦਾ ਭਾਵ ਹੁੰਦਾ ਪੁੱਛ ਕੇ, ਤਿਸੈ ਰਜਾਏ ਦਾ ਭਾਵ ਹੁੰਦਾ ਸਤਸੰਗ ਜੀ ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ, ਉਸ ਪਰਮਾਤਮਾ ਦੀ ਰਜਾ ਦੇ ਅਨੁਸਾਰ। ਨੀਚ ਦਾ ਭਾਵ ਹੁੰਦਾ ਅਣਜਾਣ ਮਤ। ਪਾਤਸ਼ਾਹ ਕਹਿੰਦੇ ਕਥਨੀ ਕਥੋ ਨਾ ਆਵੈ ਔਰ। ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਪਾ ਕੇ ਲੈਣਾ ਵੀ ਕੀ ਹੈ ਸਾਧ ਸੰਗਤ ਜੀ। ਪੰਛੀ ਹੈ ਨਾ, ਉਡਾਰੀਆਂ ਭਰਦਾ ਆਕਾਸ਼ ਦੇ ਵਿੱਚ, ਜੇ ਉਹ ਸੋਚੀ ਜਾਵੇ ਵੀ ਮੈਂ ਆਕਾਸ਼ ਦਾ ਅੰਤ ਪਾ ਲਵਾਂ ਤਾਂ ਉਹਦੀ ਮੂਰਖਤਾ ਹੋਵੇਗੀ। ਆਜ਼ਾਦ ਹੈ, ਉਡਾਰੀਆਂ ਭਰਦਾ, ਖੁੱਲ੍ਹੇ ਅਸਮਾਨ ਦੇ ਵਿੱਚ ਫਿਰਦਾ ਰਹੇ। ਇਹ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ। ਪਰਮਾਤਮਾ ਦੇ ਗੁਣ ਗਾਏ ਜਾਵੇ, ਪਰਮਾਤਮਾ ਦੇ ਗੁਣਾਂ ਦਾ ਅੰਤ ਪਾ ਕੇ ਲੈਣਾ ਵੀ ਕੀ ਹੈ। ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਮਨੁੱਖ ਦੇ ਪਾਸੋਂ। ਹਾਂ, ਪਰਮਾਤਮਾ ਦੇ ਗੁਣ ਗਾਉਂਦਾ ਜਾਵੇ, ਆਪਣਾ ਜੀਵਨ ਸੋਹਣਾ ਬਣਾਉਂਦਾ ਜਾਵੇ, ਅੰਤ ਪਾਉਣ ਦੀ ਇੱਛਾ ਛੱਡ ਦੇਵੇ। ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਮੈਂ ਉਸ ਪਰਮਾਤਮਾ ਦੇ ਗੁਣ ਗਾਉਂਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਸ ਪਰਮਾਤਮਾ ਦੇ ਨਾਮ ਦਾ ਅੰਤ ਨਹੀਂ ਪੈ ਸਕਦਾ, ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਮੈਂ ਉਸ ਪਰਮਾਤਮਾ ਦੇ ਗੁਣ ਗਾਉਂਦਾ। ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਕਿ ਉਸ ਪਰਮੇਸ਼ਰ ਤੋਂ ਬਿਨਾ ਸੁੱਖ ਦਾ ਹੋਰ ਕੋਈ ਟਿਕਾਣਾ ਨਹੀਂ। ਜੇ ਸੁੱਖਾਂ ਦਾ ਟਿਕਾਣਾ ਹੈ ਉਹ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਤੇ ਸੁੱਖ ਉਸ ਪਰਮਾਤਮਾ ਤੋਂ ਬਿਨਾ ਮਿਲ ਨਹੀਂ ਸਕਦੇ ਕਿਸੇ ਪਾਸੇ ਵੀ। ਜੀਵਾਂ ਨੂੰ ਦੁੱਖ ਤੇ ਸੌਖਾ ਉਸ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੀ, ਉਸ ਪਰਮੇਸ਼ਰ ਦੇ ਭਾਣੇ ਵਿੱਚ ਹੀ ਮਿਲਦਾ ਹੈ। ਜੇ ਸਾਡੇ ਤੇ ਅੱਜ ਦੁੱਖਾਂ ਦਾ ਸਮਾਂ ਹੈ ਨਾ, ਇਹ ਵੀ ਪਰਮੇਸ਼ਰ ਦੀ ਰਜ਼ਾ ਹੈ। ਜੇ ਅਸੀਂ ਅੱਜ ਸੁੱਖ ਮਾਣ ਰਹੇ ਹਾਂ, ਇਹ ਵੀ ਉਸ ਪਰਮਾਤਮਾ ਦੀ ਰਜ਼ਾ ਦੇ, ਉਹਦੇ ਭਾਣੇ ਅਨੁਸਾਰ ਅਸੀਂ ਸੁੱਖ ਤੇ ਦੁੱਖ ਮਾਣ ਰਹੇ ਹਾਂ। ਜੀਵਾਂ ਨੂੰ ਦੁੱਖ ਤੇ ਸੁੱਖ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ, ਉਸ ਪਰਮਾਤਮਾ ਦੇ ਭਾਣੇ ਵਿੱਚ ਹੀ ਮਿਲਦਾ ਹੈ ਦੁੱਖ ਤੇ ਸੁੱਖ। ਅਣਜਾਣ ਮਤ ਨਾਨਕ ਪਰਮੇਸ਼ਰ ਚਰਨਾਂ ਵਿੱਚ ਸੁਰਤ ਜੋੜ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਤੇ ਇਸੇ ਦੇ ਵਿੱਚ ਹੀ ਸੁੱਖਾਂ ਦੀ ਪ੍ਰਾਪਤੀ ਹੈ। ਇਸੇ ਬਚਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਰਾਗ ਗੌਰੀ ਦੇ ਵਿੱਚ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਿਆਂਗੇ। ਕੱਲ ਤੋਂ ਫੇਰ ਅਗਲੇ ਸ਼ਬਦਾਂ ਦੇ ਨਾਲ ਸਾਂਝ ਪਾਵਾਂਗੇ।